ਐਸਐਚਓ ਸਾਹਿਬ ਨਾਲ ਗੱਲ ਹੋਈ ਆ ਵੀ ਸਾਨੂੰ ਯਕੀਨ ਆ, ਪੂਰਾ ਭਰੋਸਾ ਹੈ। ਜਿਨ੍ਹਾਂ ਦੇ ਨਾਮ ਆ, ਜਿਹੜਾ ਬੰਦਾ ਲੈ ਕੇ ਆ ਉਹਦੇ ਤੇ ਬਾਈ ਨੇਮ ਪਰਚਾ ਸਾਨੂੰ ਚਾਹੀਦਾ ਹੈ। ਪੋਸਟਮਾਰਟਮ ਲਈ ਸਾਡੀ ਐਂਬੂਲੈਂਸ ਆਈ ਹੋਆ, ਆਪਾਂ ਦੇਖ ਕੇ ਉਸ ਤੋਂ ਬਾਅਦ ਜੋ ਕਾਰਵਾਈ ਹੋ ਸੰਗਤ ਨਾਲ ਸਾਂਝੀ ਕਰਦੇ ਰਵਾਂਗੇ। ਤੇ ਇਹ ਜਿਹੜਾ ਅਨਿਆਏ ਅੱਜ ਸਾਡੇ ਇਲਾਕੇ 'ਚ ਇੰਨੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਆ, ਅਸੀਂ ਸਾਰੇ ਸ਼ਰਮਿੰਦਾ ਇਸ ਚੀਜ਼ ਦੇ ਵਿੱਚ ਵੀ ਸਾਡੇ ਪੰਜਾਬ ਦੇ ਵਿੱਚ ਕੋਈ ਮਰੀ ਹੋਵੇ ਕੁੜੀ ਤਾਂ ਬਾਅਦ ਵਿੱਚ ਹੱਸ ਕੇ ਦੱਸਿਆ ਜਾਵੇ ਵੀ ਜਿੱਦਾਂ ਕੋਈ ਕਿਸੇ ਇਨਸਾਨੀ ਜ਼ਿੰਦਗੀ ਦਾ ਮੁੱਲ ਹੀ ਨਹੀਂ ਹੈਗਾ ਕੋਈ। ਇਸ ਕਰਕੇ ਮੇਰੇ ਭਰਾ ਸਾਰੇ ਇਹ ਚੀਜ਼ ਦੇ ਆਪਾਂ ਇਨਸਾਫ ਲੈਣਾ ਹੈ, ਕਿਉਂਕਿ ਇਨਸਾਫ ਪਸੰਦ ਮੁਲਕ ਦੇ ਵਿੱਚ ਰਹਿ ਰਹੇ ਹਾਂ ਅਸੀਂ। ਇਹ ਥੋੜਾ ਵੀ ਧੱਕਾ ਕਿਸੇ ਨਾਲ ਕਿਸੇ ਨਾਲ ਵੀ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੜਦੀਵਾਲ ਦੇ ਪਿੰਡ ਤੂਰ ਵਿਖੇ ਗੁਜਰਾਂ ਦੇ ਡੇਰੇ ਦੇ ਬਾਥਰੂਮ ਵਿੱਚੋਂ ਪੇਟ ਭਰੀ ਹਾਲਤ ਵਿੱਚ ਪ੍ਰਵਾਸੀ ਮਜ਼ਦੂਰ ਲੜਕੀ ਦੀ ਲਾਸ਼ ਮਿਲੀ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੁਆਬਾ ਮੇਲ ਤੇ ਮੈਂ ਹਾਂ ਗੁਰਪ੍ਰੀਤ ਸਿੰਘ। ਗੜਦੀਵਾਲ ਦੇ ਦੀਨ ਪੈਂਦੇ ਪਿੰਡ ਤੂਰ ਵਿਖੇ ਗੁਜਰਾਂ ਦੇ ਡੇਰੇ ਦੇ ਬਾਥਰੂਮ ਵਿੱਚੋਂ ਪ੍ਰਵਾਸੀ ਮਜ਼ਦੂਰ ਦੀ ਇੱਕ ਨਾਬਾਲਗ ਲੜਕੀ ਦੀ ਪੇਟ ਭਰੀ ਹਾਲਤ ਵਿੱਚ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਮ੍ਰਿਤਕ ਲੜਕੀ ਦੇ ਪਿਤਾ ਰਾਮ ਲਖਨ ਪੁੱਤਰ ਚੌਧਰੀ ਪਿੰਡ ਬਿਰਜੂਰ ਯੂਪੀ ਹਲਵਾਸੀ ਪਿੰਡ ਲੀਟਾ ਨੇ ਦੱਸਿਆ ਕਿ ਸਾਡਾ ਪੂਰਾ ਪਰਿਵਾਰ ਪਿੰਡ ਲੀਟਾ ਦੇ ਮੋੜ ਵਿਖੇ ਲਗਭਗ 5 ਸਾਲਾਂ ਤੋਂ ਆਪਣੀਆਂ ਝੁੱਗੀਆਂ ਵਿੱਚ ਲੈ ਰਿਹਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਰਹਿਮਤ ਅਲੀ ਪੁੱਤਰ ਮੂਸਾ ਦੇ ਕੋਲ ਕੱਟੇ ਹੋਏ ਰੁੱਖਾਂ ਦੀਆਂ ਟਾਹਣੀਆਂ ਦੀ ਕੁਤਰਾਈ ਦਾ ਕੰਮ ਕਰ ਰਿਹਾ ਸੀ। ਕੱਲ ਮੈਂ ਕਿਸੇ ਕੰਮ ਦੇ ਸਿਲਸਿਲੇ ਵਿੱਚ ਕਿਤੇ ਬਾਹਰ ਗਿਆ ਹੋਇਆ ਸੀ ਅਤੇ ਮੇਰੀ ਛੋਟੀ ਲੜਕੀ ਨਿਸ਼ੂ ਉਮਰ 15 ਸਾਲ ਘਰੋਂ ਕਰੀਬ 11 ਵਜੇ ਦੇ ਕਰੀਬ ਕੁਝ ਸਮਾਨ ਲੈਣ ਲਈ ਗਈ ਹੋਈ ਸੀ, ਲੇਕਿਨ ਜਦੋਂ ਸ਼ਾਮ ਤੱਕ ਘਰ ਵਾਪਸ ਨਾ ਪਹੁੰਚੀ ਤਾਂ ਅਸੀਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ, ਪਰੰਤੂ ਸਾਨੂੰ ਉਹ ਕਿਧਰੇ ਵੀ ਨਾ ਮਿਲੀ। ਅੱਜ ਸਵੇਰੇ 11:30 ਵਜੇ ਦੇ ਕਰੀਬ ਤੂਰ ਤੋਂ ਗੁੱਜਰ ਪਰਿਵਾਰ ਦਾ ਫੋਨ ਆਇਆ ਕਿ ਤੂੰ ਇਕੱਲਾ ਹੀ ਆ ਕੇ ਆਪਣੀ ਲੜਕੀ ਨੂੰ ਲੈ ਜਾ। ਜਦ ਮੈਂ ਪਿੰਡ ਤੂਰ ਗੁੱਜਰ ਦੇ ਡੇਰੇ ਤੇ ਜਾ ਕੇ ਦੇਖਿਆ ਕਿ ਮੇਰੀ ਲੜਕੀ ਦੀ ਲਾਸ਼ ਗੁਜਰਾਂ ਦੇ ਡੇਰੇ ਦੇ ਬਾਥਰੂਮ ਵਿੱਚ ਪੇਟ ਭਰੀ ਹਾਲਤ ਵਿੱਚ ਪਈ ਹੋਈ ਸੀ, ਜਿਸ ਸੰਬੰਧੀ ਤੁਰੰਤ ਹੀ ਮੈਂ ਆਪਣੇ ਪਰਿਵਾਰ ਪਿੰਡ ਲੀਟਾ ਨੂੰ ਸੂਚਿਤ ਕੀਤਾ ਅਤੇ ਜਿਸ ਉਪਰੰਤ ਪਿੰਡ ਲੀਟਾ ਦੀ ਪੰਚਾਇਤ ਅਤੇ ਬਾਬਾ ਦੀਪ ਸਿੰਘ ਜੀ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜਦੀਵਾਲ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਆਪਣੇ ਸਾਥੀਆਂ ਸਮੇਤ ਅਤੇ ਗੜਦੀਵਾਲ ਪੁਲਿਸ ਦੇ ਮੁਖੀ ਐਸਐਚਓ ਬਲਵਿੰਦਰ ਸਿੰਘ ਭਾਰੀ ਫੋਰਸ ਲੈ ਕੇ ਮੌਕੇ ਤੇ ਪਹੁੰਚ ਗਏ, ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਤਲਵੰਡੀ ਨੇ ਕਿਹਾ ਕਿ ਜੇਕਰ ਪੁਲਿਸ ਨੇ ਇਸ ਲੜਕੀ ਦੀ ਹੱਤਿਆ ਕਾਂਡ ਨੂੰ ਗੰਭੀਰਤਾ ਨਾਲ ਨਾ ਲਿਆ, ਅਸੀਂ ਇਲਾਕੇ ਦੇ ਸੰਯੋਗ ਨਾਲ ਪੁਲਿਸ ਪ੍ਰਸ਼ਾਸਨ ਦੇਣ ਲਈ ਮਜਬੂਰ ਹੋਵਾਂਗੇ। ਉਹਨਾਂ ਕਿਹਾ ਕਿ ਰਾਜਪਾਲਾ ਪਿੰਡ ਤੋਂ ਤੂਰ ਵਿਖੇ ਫਾਸਲਾ ਤਕਰੀਬਨ 15 ਕਿਲੋਮੀਟਰ ਦਾ ਹੈ। ਭਾਵ ਲੜਕੀ ਦੇ ਪਰਿਵਾਰ ਮੈਂਬਰ ਗੁਜਰਾਂ ਕੋਲ ਮਿਹਨਤ ਕਰਨ ਆਉਂਦੇ ਸਨ, ਪਰੰਤੂ ਲੜਕੀ ਦੀ ਹੱਤਿਆ ਦੇ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ। ਇਸ ਮੌਕੇ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਉਕਤ ਘਟਨਾ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਸ਼ਾਮਿਲ ਦੋਸ਼ੀ ਤੇ ਕਿਸੇ ਨੂੰ ਵੀ ਬਖਸ਼ਿਆ नहीं जाएगा। क्या नाम है आपका? राम लखन। ये जो लड़की के साथ जो घटना हुई है इसके बारे में बताइए क्या आपको? मैं गया था काम करने, दोनों कुड़िया रहती थी झुग्गियों पे। उसके बाद में ये करीब लमसम में 11 बजे की बात है दिन की। उसके बाद में वो क्या नाम उसका दुकान पर वे कुड़ी गई है, बर्तन धो रही थी। ठीक है, बर्तन धोने के बीच में ये बंदा आया, अली जिसका नाम है रामू। उसने पूछा इस लड़की से कि तेरा डैडी कहाँ गया, तो ये बोली कि काम पर गया है। उसके बाद में फिर बोला कि बहन कहाँ तेरी गई, कहने लगा दुकान पर गई है। दुकान पर वो तुरंत चला गया। उतने टाइम से लड़की हमारी वापस नहीं आई दुकान से, वो फड़ के लगे। कब की गई थी? 11 बजे कल की। आपको डेड बॉडी कब मिली? हाँ, सुबह 11 बजे। सुबह मैं आज फ़ोन किया था उसने, लड़की ने फोन किया था? नहीं, हाँ। अली ने। अच्छा, पूरा नाम क्या है अली का? और रामू कहते हैं, अली भी कहते हैं। आपकी बेटी का नाम क्या, उम्र क्या है उसकी? नीसू। उम्र कितनी? वो मेरी अब आधार कार्ड से देख लो, हमने 15-16 बताई थी। अच्छा, हाँ। तो फिर आपको जब पता लगा फिर आगे आपके क्या कार्रवाई की? फिर बोला हमसे कि अकेले आना, किसी को बताना मत, ठीक, और पुलिस को न बताना, अकेले आना। मैं अकेला हिम्मत बांध के गया, वहाँ गया तब लड़की हमारी मरी पड़ी थी बाथरूम में। नहीं, जब आपकी लड़की की डेड बॉडी कहाँ से मिली है? वहीं से मिली है सारा। नहीं, कहाँ से? बाथरूम में थी उसके डेरे पे।
ਇਹ ਜਿਹੜੀ ਘਟਨਾ ਤੁਹਾਡੇ ਪਿੰਡ ਵਾਪਰੀ ਹੈ ਇਹਦੇ ਬਾਰੇ ਪੂਰੀ ਜਾਣਕਾਰੀ ਦਿਓ। ਇਹ ਸਰ ਇਦਾਂ ਹੋਈ ਵੀ ਸਾਨੂੰ 11 ਤੋਂ ਵਜੇ ਨਾ ਬੋਲ ਰਹੇ ਜਿੱਦਾਂ ਇਹ ਵੀ 11 ਵਜੇ ਕੁੜੀ ਮਿਸਿੰਗ ਹੋ ਗਈ ਆ। ਸਾਨੂੰ 2:30 ਵਜੇ ਪਤਾ ਲੱਗਾ ਸੀਗਾ ਵੀ ਕੁੜੀ ਨਹੀਂ ਲੱਭ ਰਹੀ, ਤੇ ਅਸੀਂ ਥੋੜਾ ਚਲੋ ਢੂੰਡਿਆ ਵੀ ਚੱਲ ਕਿਤੇ ਕੰਮ ਤੇ ਗਈ ਹੋਊਗੀ ਜਾਂ ਕਿਤੇ ਆਲੇ ਦੁਆਲੇ ਹੋਣੀ ਆ ਵੀ ਮਿਲ ਜਾਊਗੀ। ਫਿਰ ਸਾਡੇ ਡੇਰਾ ਬਾਪੂ ਮੰਗਲ ਦਾਸ ਦਾ ਲਾਗੇ ਗੁਰਦੁਆਰਾ ਰਪਾਲਮੀ ਨਾਗਰਿਆਂ ਵਿੱਚ, ਉੱਥੇ ਅਸੀਂ ਲੌਸਮੈਂਟ ਕਰਾਈ ਵੀ ਕਿਤੇ ਕੁੜੀ ਅਨੀਤਾ ਕੰਮ ਕਰਦੀ ਆ ਤਾਂ ਘਰ ਨੂੰ ਆ ਜਾਏ, ਹਨੇਰਾ ਹੋ ਗਿਆ ਜ਼ਿਆਦਾ। ਉੱਥੇ ਨੇ ਗੱਲ ਬਣੀ, ਰਪਾਲਮੀ ਕਰਾਈ। ਫਿਰ ਉਹਨੂੰ ਇਹ ਲੱਭਦੇ ਰਹੇ, ਚਲੋ ਵੀ ਕਿਤੇ ਨਾ ਕਿਤੇ ਮਿਲ ਜਾਊਗੀ। ਫਿਰ ਸਵੇਰ ਨੂੰ ਰਾਤ ਤੇ ਚਲੋ ਇਹ ਵਿਚਾਰਾ ਢੂੰਡਦਾ ਰਿਹਾ। ਸਵੇਰ ਨੂੰ ਫਿਰ ਪਤਾ ਲੱਗਾ ਇਹਨੂੰ ਵੀ ਕਿਸੇ ਗੁੱਜਰ ਨੇ ਇਹਨੂੰ ਫੋਨ ਕੀਤਾ, ਜਿੱਥੇ ਕਿਤੇ 2-2.5 ਮਹੀਨੇ ਪਹਿਲਾਂ ਲੱਕੜ ਕੁੱਤਣ ਦਾ ਕੰਮ ਕਰਦੇ ਹੁੰਦੇ। ਇਹ ਖੰਦਾਈ ਉਹਨੂੰ ਨਾਲ, ਇਹ ਨਾਲੇ ਇਕੱਲੀ ਨਹੀਂ ਜਾਂਦੀ ਹੁੰਦੀ ਉਹ ਕੁੜੀ, ਸਾਰੇ ਟੱਬਰ ਜਾਂਦਾ ਹੁੰਦਾ ਸੀ, 15-20 ਬੰਦੇ ਜਾਂਦੇ ਹੁੰਦੇ ਉੱਥੇ ਨਾਲ ਉਹਦੇ। ਉਹਨੇ ਬਾਅਦ 'ਚ ਇਹਨੂੰ ਕਿਹਾ ਵੀ ਇਕੱਲੇ ਨੂੰ ਆ। ਇਕੱਲੇ ਨੂੰ ਆਉਣ ਤੋਂ ਬਾਅਦ ਇਹਨਾਂ ਨੇ ਉਹਨੂੰ ਬੋਲਿਆ ਵੀ ਤੂੰ ਇਕੱਲਾ ਆ ਇੱਥੇ। ਇਹ ਇਕੱਲਾ ਚੱਲ ਗਿਆ। ਇਹਨਾਂ ਨੇ ਉਹਨੂੰ ਅੰਦਰ ਬਿਠਾ ਲਿਆ, ਉਹਨੂੰ ਦਿਖਾਲੀ ਵੀ ਡੈੱਡ ਬੋਡੀ ਵੀ ਉਹ ਤੇਰੀ ਕੁੜੀ ਮਰ ਗਈ ਆ। ਉਹਨਾਂ ਨੇ ਦੱਸਿਆ ਵੀ ਇਹਨੂੰ ਜਿੱਦਾਂ ਇਹ ਦੱਸਦਾ ਵੀ ਮੈਨੂੰ ਕਹਿੰਦੇ ਤੂੰ ਪੈਸਾ ਦੇ ਲੈ ਲਾ, ਟੈਂਪੂ ਤੈਨੂੰ ਡਾਲਾ ਕਰਕੇ ਦੇਵਾਂਗੇ, ਤੂੰ ਕੁੜੀ ਲੈ ਜਾ ਇੱਥੋਂ। ਫਿਰ ਇਹਨਾਂ ਨੇ ਮੈਨੂੰ ਫੋਨ ਕੀਤਾ, ਅਸੀਂ ਉੱਥੇ ਪਹੁੰਚੇ। ਅਸੀਂ ਮੁੜ ਕੇ ਆਪਣੇ ਜਿਹੜੇ ਪੰਚ ਸੀਗੇ ਜਾਂ ਉਹਨਾਂ ਨੂੰ ਸੱਦਿਆ, ਬਾਕੀ ਨਵਜੋਤ ਭਾਜੀ ਨੂੰ ਸੱਦਿਆ ਉਹਲੇ ਉਸ ਟਾਈਮ 'ਤੇ। ਫਿਰ ਉਹ ਲਾਸ਼ ਉਹਲੇ ਅੰਦਰੋਂ ਚੱਕੀ ਵੀ ਉਹਨਾਂ ਨੂੰ ਕੀ ਹੋਇਆ, ਕਿੱਦਾਂ ਹੋਈ, ਕਿੱਦਾਂ ਡੈਥ ਹੋਈ, ਇਹਦਾ ਹੁਣ ਵੀ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲੂਗਾ। ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਇਨਸਾਫ ਦੀ ਮੰਗ ਕਰਦੇ ਭਾਜੀ, ਇਹ ਤਾਂ ਸਿੱਧੀ ਵੀ ਇਨਸਾਫ ਹੋਣਾ ਚਾਹੀਦਾ। ਕੁੜੀ ਜਿਹੜੀ ਆ 15 ਸਾਲ ਦੀ ਜਾਂ 16 ਸਾਲ ਦੀ ਆ, ਉਸ ਨੂੰ ਆਪਣੇ ਕਿੱਦਾਂ ਉਹਨੂੰ ਹਾਇਰ ਕਰਕੇ ਕਿਉਂ ਕਿੱਦਾਂ ਉਹਨਾਂ ਨੇ ਕੀ ਉਹਨਾਂ ਹੋਇਆ ਵਿਚਾਰੀ ਦਾ। ਭਾਵੇਂ ਉਹ ਪ੍ਰਵਾਸੀ ਮਜ਼ਦੂਰ ਹੈ ਪਰ ਰਹਿੰਦੇ ਸਾਡੇ ਕੋਲ ਆ, ਉਹਦਾ ਇਨਸਾਫ ਤਾਂ ਹੋਣਾ ਚਾਹੀਦਾ। ਹੁਣ ਪੁਲਿਸ ਵਾਲੇ ਵੱਲੋਂ ਕੀ ਆਸ਼ਵਾਸਨ ਦਿੱਤਾ ਜਾ ਰਿਹਾ? ਨਹੀਂ, ਪੁਲਿਸ ਵਾਲੇ ਤਾਂ ਕਹਿ ਰਹੇ ਆ ਵੀ ਅਸੀਂ ਪੂਰਾ ਇਨਸਾਫ ਦੇਵਾਂਗੇ। ਉਹਨਾਂ ਵੱਲ ਤਾਂ ਪੂਰਾ ਚਲੋ ਸਹੀ ਹੈਗਾ ਤਰੀਕਾ, ਵੀ ਜਿੱਦਾਂ ਵੀ ਹੈਗਾ ਉਹ ਕਰ ਰਹੇ ਆਪਣਾ ਕਾਗਜ਼ੀ ਕਾਰਵਾਈ ਜੋ ਵੀ ਉਹਨਾਂ ਨੇ ਕਰ ਰਹੇ ਪੂਰੀ ਉਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਗੱਲ ਇੱਦਾਂ ਹੋਈ ਆ ਜੀ, ਸਾਨੂੰ ਕਾਲ ਆਈ ਆ ਆਪਣੇ ਉੱਥੋਂ ਤੂਰਾਂ ਪਿੰਡ ਤੋਂ, ਸਾਡੇ ਭਾਜੀ ਬੈਠੇ ਆ ਸੂਬੇਦਾਰ ਸਾਹਿਬ, ਤੇ ਉੱਥੋਂ ਆਈ ਆ ਵੀ ਇੱਕ ਜਿਹੜਾ ਬੱਚੀ ਆ ਜਿਹਦੀ ਉਮਰ 15-16 ਸਾਲ ਲੱਗ ਰਹੀ ਆ, ਉਹ ਇੱਕ ਡੇਰੇ ਦੇ ਵਿੱਚ, ਬਾੜੇ ਦੇ ਵਿੱਚ, ਬਾਥਰੂਮ ਦੇ ਵਿੱਚ ਮਰੀ ਪਈ ਆ। ਤੇ ਜਦੋਂ ਅਸੀਂ ਉੱਥੇ ਮੌਕੇ ਤੇ ਆਪਾਂ ਗੱਡੀ ਚੱਕੀ, ਜਦੋਂ ਸਮਾਜ ਸੇਵਾ ਸੀ, ਸਾਡੀ ਸੰਸਥਾ ਚੱਲਦੀ ਰਹਿੰਦੀ, ਕਿਤੇ ਵੀ ਸਾਨੂੰ ਕਿਤੇ ਲੋੜ ਪੈਂਦੀ ਅਸੀਂ ਉਸੇ ਟਾਈਮ ਜਾਂਦੇ ਹਾਂ ਦੌੜੇ। ਅਸੀਂ ਜਦੋਂ ਉੱਥੇ ਪਹੁੰਚੇ, ਐਂਬੂਲੈਂਸ ਸਮੇਤ ਪਹੁੰਚੇ ਹਾਂ, ਉਹ ਜਾ ਕੇ ਮੰਜ਼ਰ ਦੇਖਿਆ ਵੀ ਇੱਕ ਬਾਥਰੂਮ ਦੇ ਵਿੱਚ ਬੱਚੀ ਲੰਮੀ ਪਈ ਆ, ਤੇ ਜਿਹੜਾ ਉੱਪਰ ਫਵਾਰਾ ਜਿਹਨੂੰ ਕਹਿ ਦਈਏ ਵੀ ਸ਼ਾਵਰ ਜਿਹੜਾ ਉਹਦੇ ਟੁੱਟਾ ਪਿਆ ਆ, ਉਹ ਥੱਲੇ ਨੂੰ ਡਿੱਗਿਆ ਪਿਆ। ਵੀ ਕਹਿੰਦੇ ਇਹਦੇ ਨਾਲ ਫਾਹਾ ਲਿਆ ਤੇ ਜਦੋਂ ਆਪਾਂ ਲਾਉਣ ਲੱਗੇ ਤਾਂ ਉਹ ਡਿੱਗ ਪਿਆ। ਤਾਂ ਸਾਨੂੰ ਇੱਥੋਂ ਸ਼ੱਕ ਜ਼ਹਿਰ ਹੁੰਦਾ ਵੀ ਜਿਹੜਾ ਉਹ ਹੈਗਾ ਸ਼ਾਵਰ ਆ, ਉਹ ਤਾਂ ਕਿੰਨਾ ਕੁ ਵੇਟ ਚੱਲ ਸਕਦਾ। ਵੀ ਇੱਕ ਜਿਹੜੀ ਬੱਚੀ ਆ ਤਕਰੀਬਨ ਉਹਦਾ ਵੇਟ ਮੈਨੂੰ ਲੱਗਦਾ 50-60-55 ਕਿਲੋ ਹੋਊ ਬੱਚੀ ਦਾ, ਤੇ ਉਹ ਕਿੱਦਾਂ ਮਤਲਬ ਉਹ ਟਿਕਿਆ ਰਿਹਾ ਇੱਕ ਸ਼ਾਵਰ ਦੇ ਸਿਰ ਤੇ। ਕਹਿੰਦੇ ਜੀ ਬੱਚੀ ਨੇ ਫਾਹਾ ਲੈ ਲਿਆ। ਗੱਲ ਕੀ ਆ ਜੀ, ਉਹਦਾ ਬਾਪ ਬਾਹਰ ਆ ਜੀ। ਬਾਪ ਦੱਸਦਾ ਵੀ ਕੱਲ ਦੀ ਬੱਚੀ ਮੇਰੀ ਗਾਇਬ ਹੋਈ ਆ, ਮੈਂ ਸਾਰੇ ਟੋਲਿਆ, ਕੱਲੇ ਦਰ ਤੇ ਗਿਆ, ਮੈਂ ਲੌਸਮੈਂਟਾਂ ਤੱਕ ਕਰਾਈਆਂ, ਪਰ ਕਿਸੇ ਨੇ ਮੈਨੂੰ ਦੱਸਿਆ ਨਹੀਂ। ਇਹਨਾਂ ਤੱਕ ਵੀ ਪਹੁੰਚ ਕੀਤੀ ਦੂਰੋਂ ਵੀ ਤੁਹਾਡੇ ਕੋਲ ਕੁੜੀ ਤਾਂ ਨਹੀਂ ਆਈ। ਇਹਨੇ ਵੀ ਇਨਕਾਰ ਕਰਤਾ ਜੀ। ਅੱਜ 11 ਵਜੇ ਕੁੜੀ ਦੇ ਬਾਪ ਨੂੰ ਸੱਦਿਆ ਜੀ, ਇਹ ਨਹੀਂ ਸੱਦ ਕੇ ਕੀ ਕਹਿੰਦੇ ਆ ਵੀ ਉਹ ਤੇਰੀ ਕੁੜੀ ਮਰੀ ਪਈ ਆ, ਉਹਨੂੰ ਚੱਕ ਲਾ। ਜਦੋਂ ਬਾਪ ਲਾਗੇ ਗਿਆ, ਬਾਪ ਦੀ ਧਾਰ ਨਿਕਲ ਗਈ। ਕੁੜੀ ਬੱਚੀ ਪਾਲ ਕੇ ਕਿੱਡੀ ਵੱਡੀ ਕਰਕੇ ਉਹਦੀ ਲਾਸ਼ ਮੂਹਰੇ ਪਈ ਹੋਵੇ, ਯਕਦਮ ਕਹਿ ਦਿੱਤਾ ਜਾਂਦਾ ਤੇਰੀ ਬੱਚੀ ਮਰੀ ਪਈ, ਉਹ ਬਾਪ ਤੇ ਕੀ ਬੀਤੀ ਹੋਗੀ। ਉਹ ਬਾਪ ਜਦੋਂ ਕਹਿੰਦਾ ਮੈਂ ਨਹੀਂ, ਉਹਨੂੰ ਕਹਿੰਦੇ ਬਾਪ ਨੂੰ ਆਹ ਚੱਕ ਟਾਂਪੂ ਦਾ ਖਰਚਾ, ਆਹ ਚੱਕ ਪੈਸੇ ਲੈ ਕੇ ਤੇ ਤੂੰ ਤਿੱਤਰ ਹੋ ਜਾ। ਉਹ ਕਹਿੰਦਾ ਮੈਂ ਇਦਾਂ ਨਹੀਂ ਜਾਣਾ, ਮੈਂ ਇਹ ਕੋਈ ਗੱਲ ਥੋੜਾ, ਮੈਨੂੰ ਦੱਸੋ ਬੱਚੀ ਕਿਉਂ ਮਰੀ ਆ। ਉਹ ਜਦੋਂ ਦੌੜਨ ਲੱਗਾ ਜੀ, ਉਹਨੂੰ ਫੜਿਆ ਗਿਆ, ਉਹਨਾਂ ਕੁੱਟਮਾਰ ਕੀਤੀ ਗਈ, ਉਹਦੇ ਕੱਪੜੇ ਪਾੜੇ ਗਏ। ਕੱਪੜੇ ਪਾਣ ਤੋਂ ਬਾਅਦ ਉਹਨੂੰ ਕੀ ਕੀਤਾ ਗਿਆ, ਉਹ ਵਿਚਾਰਾ ਇਹ ਟੈਨਸ਼ਨ 'ਚ ਆ ਗਿਆ। ਉਹ ਮੰਨਦਾ ਹੈਗਾ ਠੀਕ ਆ ਜੀ। ਉਹਨੂੰ ਫਿਰ ਜਦੋਂ ਭੇਜਿਆ, ਫਿਰ ਚਲੋ ਇਲਾਕੇ ਦੇ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਵੀਰਾਂ ਦੀਆਂ, ਉਹ ਉੱਥੇ ਪਹੁੰਚੇ, ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ। ਸਾਡੀ ਟੀਮ ਪਹੁੰਚ ਕੇ ਤਾਂ ਆਪਾਂ ਜਿਹੜੀ ਪੁਲਿਸ ਨੂੰ ਸੱਦ ਕੇ ਤਾਂ ਉਹ ਪੂਰੀ ਕਾਰਵਾਈ ਜਿਹੜੀ ਕਰਵਾਉਣ ਲਈ ਅਸੀਂ ਪੁਲਿਸ ਨੂੰ ਕਹਿ ਰਹੇ ਹਾਂ। ਪਰ ਹੁਣ ਅਸੀਂ ਥਾਣੇ ਆ ਚੁੱਕੇ ਹਾਂ ਜੀ। ਪੁਲਿਸ ਪ੍ਰਸ਼ਾਸਨ SHO ਸਾਹਿਬ ਹੈ ਨਹੀਂ ਗੇ ਜੀ ਇੱਥੇ, ਉਹਨਾਂ ਦੀ ਵੇਟ ਕਰ ਰਹੇ ਹਾਂ, ਉਹ ਆਉਣਗੇ। ਆਪਾਂ ਚਾਹੁੰਦੇ ਹਾਂ ਜਿਹੜੀ ਤਫਤੀਸ਼ ਪੂਰੀ ਹੋਵੇ। ਇਹ ਮਾਰ ਕੇ ਕਿਹੜਾ ਇਨਵੋਲਵ ਆ। ਕੁੜੀ ਦਾ ਰਾਤ ਦਾ ਬਲਾਤਕਾਰ ਵੀ ਹੋਇਆ, ਨਾਬਾਲਗ ਕੁੜੀ ਆ, ਕੁੜੀ ਦਾ ਬਾਪ ਧਾਹਾਂ ਮਾਰ ਕੇ ਬਾਹਰ ਰੋ ਰਿਹਾ। ਸਾਨੂੰ ਚਾਹੀਦਾ ਇਨਸਾਫ। ਜੇ ਤਾਂ ਇਨਸਾਫ ਪੁਲਿਸ ਪ੍ਰਸ਼ਾਸਨ ਹੱਥ ਬੰਨ੍ਹ ਕੇ ਬੇਨਤੀ ਆ। ਦੇਖੋ ਅਸੀਂ ਇਹਨਾਂ ਤੇ ਬੜਾ ਯਕੀਨ ਹੈ ਜੀ, ਸਾਨੂੰ ਅਸੀਂ ਕਾਨੂੰਨ ਤੇ ਯਕੀਨ ਕਰਕੇ ਹੀ ਅਸੀਂ ਇਹ ਸਾਰਾ ਸਿਸਟਮ ਚੱਲਦਾ ਜੀ। ਤੇ ਅਸੀਂ ਚਾਹੁੰਦੇ ਹਾਂ ਵੀ ਜਲਦ ਤੋਂ ਜਲਦ ਕਾਰਵਾਈ ਕਰਾ ਕੇ ਦੋਸ਼ੀਆਂ ਨੂੰ ਜਿਹੜਾ ਅੰਦਰ ਕੀਤਾ ਜਾਵੇ, ਤੇ ਨਹੀਂ ਤਾਂ
ਜੇ ਕਾਰਵਾਈ ਪੁਲਿਸ ਪ੍ਰਸ਼ਾਸਨ ਨਹੀਂ ਕਰਦੀ ਤੇ ਕੱਲ ਬਹੁਤ ਵੱਡੀ ਕਾਲ ਦਿੱਤੀ ਜਾਊਗੀ। ਅਸੀਂ ਨਹੀਂ ਚਾਹੁੰਦੇ ਕਰੋਨਾ ਦੇ ਵਿੱਚ, ਅਸੀਂ ਨਹੀਂ ਚਾਹੁੰਦੇ ਚੋਣ ਜ਼ਾਬਤੇ ਦੇ ਵਿੱਚ ਕੋਈ ਇਹੋ ਜਿਹਾ ਸਾਨੂੰ ਕੋਈ ਸਟੈਪ ਚੱਕਣਾ ਪਵੇ। ਪੁਲਿਸ ਪ੍ਰਸ਼ਾਸਨ ਪਹਿਲੇ ਕਾਰਵਾਈ ਕਰ ਦੂ ਤਾਂ ਬਹੁਤ ਉਹਦੀ ਵਧੀਆ ਗੱਲ ਹੈ ਜੀ। ਡੇਰਾ ਜਿਹੜਾ ਤੁਸੀਂ ਕਹਿੰਦੇ ਜਦੋਂ ਲਾਸ਼ ਬਰਾਮਦ ਹੋਈ ਆ, ਹਾਂਜੀ, ਉਹਦਾ ਨਾਂ ਕੀ ਆ ਭਲਾ ਉਸ ਡੇਰੇ ਦੇ ਵਿੱਚ ਜਿਹੜਾ ਨਾਂ ਆ ਜੀ ਅਲੀ ਨਾਮ ਆ ਜੀ, ਉਹਦਾ ਅਲੀ ਨਾਮ ਆ ਜੀ, ਤੇ ਤੂਰਾ ਪਿੰਡ ਆ। ਅਲੀ ਨਾਮ ਜਿਹੜਾ ਕੁੜੀ ਨੂੰ ਬਹਿਲਾ ਫੁਸਲਾ ਕੇ ਜਿਹੜਾ ਲੈ ਕੇ ਆ, ਨਾਬਾਲਗ ਕੁੜੀ ਹੈ। ਹਾਂਜੀ ਸਰ, ਜਿਹੜੀ ਇਹ ਲੜਕੀ ਦੀ ਬੋਡੀ ਡਿਟੈਕਟ ਹੋਈ ਆ, ਕੀ ਮਾਮਲਾ ਸਭ ਤੋਂ ਪਹਿਲਾਂ ਦੱਸੋ। ਇਹ ਲੜਕੀ ਜਿਹੜੀ ਹੈਗੀ ਨੀਸ਼ੂ ਦੇਵੀ ਹੈਗੀ, ਉਮਰ ਕਰੀਬ ਇਹਦੀ 16.5 ਸਾਲ ਹੈ ਔਰ ਇਹ ਇੱਥੇ ਇੱਕ ਰਹਿਮਤ ਅਲੀ ਹੈਗੇ ਆ, ਉਹਨਾਂ ਦਾ ਡੇਰਾ ਹੈਗਾ ਪਿੰਡ ਤੂਰਾਂ ਦੇ ਵਿੱਚ। ਸੋ ਉਸ ਡੇਰੇ ਤੇ ਇਹਦੀ ਮੌਤ ਹੋਈ ਹੈ। ਬਾਥਰੂਮ ਦੇ ਵਿੱਚ ਦੱਸਣ ਮੁਤਾਬਕ ਇਹਦੀ ਬੋਡੀ ਜਿਹੜੀ ਸੀਗੀ ਲਟਕੀ ਹੋਈ ਸੀਗੀ, ਹੈਂਗਿੰਗ ਨਾਲ ਹੋਈ ਹੈ, ਲੇਕਿਨ ਇਸ ਸਾਰੇ ਤੱਥਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ। ਕੀ ਕਾਰਵਾਈ ਮੁੱਕ ਲੈਣੀ ਹੈ? ਜੋ ਵੀ ਮਦਈ ਬਿਆਨ ਲਿਖਾਏਗਾ ਉਹਦੇ ਮੁਤਾਬਕ ਕਾਰਵਾਈ ਕਰਾਂਗੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਜਾਣਨਾ ਚਾਹੁੰਦੇ ਹੋ ਕੈਨੇਡਾ ਸਹੀ ਇਮੀਗ੍ਰੇਸ਼ਨ ਦੀ ਭਾਲ ਵਿੱਚ ਹੋ, ਸੋਚ ਰਹੇ ਹੋ ਕਿ ਕਿਹੜਾ ਕਾਲਜ ਜੁਆਇਨ ਕੀਤਾ ਜਾਵੇ ਔਰ ਕਿਹੜਾ ਕੋਰਸ ਜੁਆਇਨ ਕੀਤਾ ਜਾਵੇ, ਅਸੀਂ ਤੁਹਾਡੀ ਪ੍ਰੋਪਰਲੀ ਮਦਦ ਕਰਾਂਗੇ ਵੀਜ਼ਾ ਲੈਣ ਦੇ ਵਿੱਚ। ਸੋ ਅੱਜ ਹੀ ਸਾਡੀ ਐਕਸਪਰਟ ਟੀਮ ਦੇ ਨਾਲ ਸੰਪਰਕ ਕਰੋ। ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਈ ਪਲੈਨਟ ਆਇਲਸ ਐਂਡ ਇਮੀਗ੍ਰੇਸ਼ਨ ਦਸੂਹਾ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ।